ਕਹਿਣਾ ਚਾਹੋਗੇ? कि माता नैना देवी जी के नराते हर साल बहुत सारी शरधा के नाल जिथे मनाए जाते हैं उत्थे बहुत सारे श्रद्धालु सारे इलाके चों ਜ਼ਿਲ੍ਹਿਆਂ ਚੋਂ ਆਸ-ਪਾਸ ਦੇ ਸੂਬਿਆਂ ਚੋਂ ਇੱਥੇ ਦਰਸ਼ਨਾਂ ਵਾਸਤੇ ਮਾਤਾ ਦੇ ਚਰਨਾਂ ਵਿੱਚ ਆਸ਼ੀਰਵਾਦ ਲੈਣ ਲਈ ਹਾਜ਼ਰ ਹੁੰਦੇ हैं। ਔਰ ਇਹੀ ਪ੍ਰਮਾਤਮਾ ਦੇ ਅੱਗੇ ਮਾਤਾ ਦੇ ਅੱਗੇ ਮੈਂ ਵੀ ਬੇਨਤੀ ਕਰਦਾ ਸਾਰੇ ਸ਼ਰਧਾਲੂਆਂ ਦੇ ਨਾਲ ਮਿਲ ਕੇ, ਮੈਂ ਵੀ ਇੱਕ ਸ਼ਰਧਾਲੂ ਹਾਂ ਬਚਪਨ ਤੋਂ ਹੀ, ਕਿ ਸਭ ਦੇ ਮਾਂ ਆਸ਼ੀਰਵਾਦ ਦੇਵੇ ਸਭ ਨੂੰ, ਸਭ ਦੇ ਕਾਰੋਬਾਰ 'ਚ ਵਾਧਾ ਕਰੇ, ਆਮਦਨ 'ਚ ਵਾਧਾ ਕਰੇ, ਸੁੱਖ ਸ਼ਾਂਤੀ ਬਖਸ਼ੇ, ਕੋਵਿਡ ਤੋਂ ਸਾਨੂੰ ਸਾਰਿਆਂ ਨੂੰ ਰਾਹਤ ਮਿਲੇ। ਔਰ ਨਾਲ ਹੀ ਜੋ ਕੱਲ੍ਹ ਇੰਸੀਡੈਂਟ ਹੋਇਆ ਸੀ ਜਿਸ ਦੇ ਨਾਲ ਬਹੁਤ ਸਾਰੇ ਸ਼ਰਧਾਲੂਆਂ ਨੂੰ ਵਾਪਸ ਜਾਣਾ ਪਿਆ, ਕੋਈ ਕੋਵਿਡ ਟੈਸਟਿੰਗ ਦੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਕੋਈ ਹਦਾਇਤ ਆਏ ਸੀ, ਆਈ ਥਿੰਕ ਉਹ ਦੋਨੋਂ ਸਟੇਟਾਂ ਦੇ ਆਫਿਸਰਸ ਨੇ ਬੈਠ ਕੇ ਉਹਨੂੰ ਰਿਜ਼ੋਲਵ ਕੀਤਾ ਹੈ ਅਤੇ ਅੱਜ ਯਾਤਰਾ ਫਿਰ ਦੁਬਾਰਾ ਨੋਰਮਲ ਤਰੀਕੇ ਨਾਲ ਚੱਲ ਰਹੀ ਹੈ। ਔਰ ਮੈਨੂੰ ਉਮੀਦ ਹੈ ਕਿ ਕਿਸੇ ਸ਼ਰਧਾਲੂ ਨੂੰ ਕੋਈ ਦਿੱਕਤ ਨਹੀਂ ਆ ਰਹੀ। ਔਰ ਵੱਧ ਚੜ੍ਹ ਕੇ ਬਹੁਤ ਸਾਰੀਆਂ ਸੰਗਤਾਂ ਆਪਣੀ ਕਿਰਤ ਕਮਾਈ 'ਚੋਂ ਸੇਵਾ ਦੇ ਰੂਪ ਵਿੱਚ ਲੰਗਰ ਜਗ੍ਹਾ ਜਗ੍ਹਾ 'ਤੇ ਲੋਕਾਂ ਦੇ ਸਹਿਯੋਗ ਵਾਸਤੇ, ਲੋਕਾਂ ਦੀ ਸਹੂਲਤ ਵਾਸਤੇ ਲਗਾਉਂਦੇ हैं। ਮੈਂ ਉਹ ਸਾਰੀ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਔਰ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਉਸ ਵਾਸਤੇ ਵੀ ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਵਾਸਤੇ ਉਹਨਾਂ ਲਈ ਹਾਜ਼ਰ ਹੈ। If the number of cases increase, obviously we are not going to compromise on the safety and security of children. That is our prime focus and that has been the prime focus of the state government in the past as well, and I assure all the parents that the safety will never be compromised. And now also when we had opened schools, there were strict guidelines issued by the state government that till the time we receive an undertaking from the parents of the children, no child will be allowed to go for a physical class. So after we receive an undertaking from the parents, then only a child is allowed to go come to school physically. Otherwise all the children are taking online classes. And today there is a meeting going on with the chief secretary, with all the deputy commissioners of the districts. We are going to review the situation, and if the ground report says that we need to close the schools, we will take such a decision in the coming day. 6 ਆ ਜਾਂਦੀ ਹੈ ਜਾਂ ਕੋਈ ਨਾ ਕੋਈ ਬੰਦਾ ਕੋਰਟ ਚਲੇ ਜਾਂਦਾ, ਉੱਥੇ ਸਾਡੇ ਹੱਥ ਬੰਨੇ ਜਾਂਦੇ ਆ, ਬਟ ਅਗਰ ਕੋਰਟ ਦੀ ਪਾਬੰਦੀ ਨਾ ਆਵੇ ਕਿਸੇ ਜਗ੍ਹਾ ਤੇ ਤਾਂ ਸਾਡੀਆਂ ਸਾਰੀਆਂ ਭਰਤੀਆਂ 15 ਅਕਤੂਬਰ ਤੋਂ ਪਹਿਲਾਂ ਮੁਕੰਮਲ ਹੋ ਜਾਣਗੀਆਂ, ਸੋ ਦੈਟ ਪੰਜਾਬ ਗਵਰਨਮੈਂਟ ਕੋਡ ਆਫ ਕੰਡਕਟ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਆਪਣਾ ਰਾਹਤ ਦੇ ਸਕੇ। ਨੇ ਪੋਸਟਾਂ ਨੂੰ ਲੈ ਕੇ ਵੀ ਜਿਹੜੀ ਗੱਲਬਾਤ ਹੋ ਰਹੀ, ਹਾਲਾਂਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਮਹਿਕਮੇ ਨੂੰ ਚਲਾਇਆ, ਕਿਉਂਕਿ ਟੀਚਿੰਗ ਕਮਿਊਨਿਟੀ ਮੈਨੂੰ ਲੱਗਦਾ ਕਦੇ ਸੈਟੀਸਫਾਈਡ ਨਹੀਂ ਹੁੰਦੀ। ਕਦੋਂ ਤੱਕ ਜਿਹੜੀਆਂ ਇਸ਼ੂਜ਼ ਜਿਹੜੇ ਰਿਜ਼ੋਲਵ ਹੋਣਗੇ? 6 ਪੇ ਕਮਿਸ਼ਨ ਦੀ ਗੱਲ ਕੀਤੀ ਜਾਵੇ? ਨਹੀਂ, 6 ਪੇ ਕਮਿਸ਼ਨ ਵਾਸਤੇ ਤਾਂ ਇੱਕ ਚੀਫ ਮਿਨਿਸਟਰ ਸਾਹਿਬ ਨੇ ਇੱਕ 3 ਮੈਂਬਰੀ ਸਬ ਕਮੇਟੀ ਬਣਾਈ ਹੈ ਔਰ ਉਹ ਸਾਰੇ ਇਸ਼ੂਜ਼ ਨੂੰ ਰਿਜ਼ੋਲਵ ਕਰ ਰਹੀ ਹੈ। ਔਰ ਸਾਡੀ ਲਾਰਜਲੀ ਕੋਸ਼ਿਸ਼ ਇਹੀ ਹੈ ਕਿ ਅਸੀਂ ਸਾਰੇ ਇੰਪਲੋਈਜ਼ ਨੂੰ ਸੈਟਿਸਫਾਈ ਕਰੀਏ। ਜਿੱਥੇ ਤੱਕ ਤੁਸੀਂ ਟੀਚਰਸ ਦੀ ਗੱਲ ਕੀਤੀ ਹੈ, ਦੇਰ ਆਰ ਸਮ ਪੀਪਲ ਹੂ ਆਰ ਅਨਇੰਪਲੋਇਡ, some people who are employed and they want regularization of jobs। ਤੇ ਮੈਂ ਕਹਿਣਾ ਚਾਹੁੰਦਾ ਪੰਜਾਬ ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਆਈ ਹੈ 22,000 ਲੋਕਾਂ ਨੂੰ ਅਸੀਂ ਨਵੇਂ ਨਿਯੁਕਤੀ ਪੱਤਰ ਜਾਂ ਜਿਹੜੇ ਕੱਚੇ ਦੇ ਅਧਿਆਪਕ ਸੀ ਉਹਨਾਂ ਨੂੰ ਰੈਗੂਲਰਾਈਜ਼ ਅਸੀਂ ਕਰ ਚੁੱਕੇ ਹਾਂ ਅਤੇ 25,000 ਟੀਚਰਸ ਨੂੰ ਅਸੀਂ ਹੋਰ ਭਰਤੀ ਕਰਨ ਜਾ ਰਹੇ ਹਾਂ। ਸਾਰੀ ਭਰਤੀ 100% ਰਿਟਨ ਪੇਪਰ ਦੇ ਆਧਾਰ ਦੇ ਉੱਪਰ, ਮੈਰਿਟ ਬੇਸ ਦੇ ਉੱਪਰ ਹੋ ਰਹੀ ਹੈ। ਔਰ ਇਕੱਲੀ ਭਰਤੀ ਹੀ ਨਹੀਂ, ਭਰਤੀ ਤੋਂ ਬਾਅਦ ਉਹਦੀ ਸਟੇਸ਼ਨ ਅਲਾਟਮੈਂਟ ਵੀ ਬੱਚੇ ਦੀ ਮੈਰਿਟ ਦੇ ਆਧਾਰ 'ਤੇ ਹੋ ਰਹੀ ਹੈ। ਜੇ ਕਿਸੇ ਟੀਚਰ ਦੀ ਪ੍ਰਮੋਸ਼ਨ ਹੋਈ ਹੈ, ਪ੍ਰਮੋਸ਼ਨ ਤੋਂ ਜੇ ਬਾਅਦ ਜਿਹੜੀ ਪੋਸਟਿੰਗ ਹੈ ਉਹ ਵੀ ਉਹਦੀ ਸੀਨੀਅਰਿਟੀ ਦੇ ਆਧਾਰ 'ਤੇ ਹੋ ਰਹੀ ਹੈ। ਸੋ ਐਵਰੀਥਿੰਗ ਇਜ਼ ਫੁੱਲ ਪ੍ਰੂਫ। ਔਰ ਜਿਹੜੇ ਇਸ਼ੂਜ਼ ਹੈ ਜਿਵੇਂ ਟੀਚਿੰਗ ਡਿਪਾਰਟਮੈਂਟ ਤੁਸੀਂ ਗੱਲ ਕੀਤੀ ਹੈ, ਵੀ ਆਰ ਟਰਾਈਂਗ ਟੂ ਸੈਟਲ ਆਲ ਦੀ ਇਸ਼ੂਜ਼। ਜਿੱਥੇ ਤੱਕ ਅਸੀਂ ਕਰ ਸਕਦੇ ਹਾਂ, ਜਿੰਨਾ ਅਸੀਂ ਉਹਨਾਂ ਨੂੰ ਫਲੈਕਸੀਬਲ ਕਰ ਸਕਦੇ ਹਾਂ ਕਿ ਅਸੀਂ ਉਹਨਾਂ ਨੂੰ ਮਦਦ ਕਰ ਸਕੀਏ। ਜਿਹੜੇ ਟੀਚਰ ਸਾਡੇ ਵਿਭਾਗ ਦਾ ਐਜ਼ ਵੋਲੰਟੀਅਰਸ ਹਿੱਸਾ ਹੈ ਬੜੇ ਸਾਲਾਂ ਤੋਂ, ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਰੋਜ਼ਗਾਰ ਦੇ ਵਿੱਚ ਰੈਗੂਲਰ ਕਰ ਸਕਦੇ ਹਾਂ। ਜਾਂ ਜਿਹੜੇ ਅਨਇੰਪਲੋਇਡ ਲੋਕ ਹੈ, ETT ਦੇ ਟੀਚਰਸ ਲੱਗਣਾ ਚਾਹੁੰਦੇ ਜਿਹਨਾਂ ਨੇ ਟੈਟ ਪਾਸ ਕੀਤਾ ਹੋਇਆ, ਚਾਹੇ ਉਹਨਾਂ ਦੀਆਂ ਪੋਸਟਾਂ ਦੀ ਗੱਲ ਹੈ। ਅਸੀਂ ਆਲਰੇਡੀ ਹੁਣ 6,700 ਪੋਸਟਾਂ ਕੱਢੀਆਂ ਔਰ ਸਾਡਾ ਗਵਰਨਮੈਂਟ ਦਾ ਇੱਕੋ ਹੀ ਫੋਕਸ ਹੈ ਕਿ ਜਿੰਨੀ ਵੈਕੈਂਸੀ 31 ਮਾਰਚ 2022 ਤੱਕ ਸਾਡੇ ਡਿਪਾਰਟਮੈਂਟ ਦੇ ਵਿੱਚ ਕ੍ਰੀਏਟ ਹੋਣੀ ਹੈ, ਅਸੀਂ ਸਾਰਿਆਂ ਦੇ ਅਗੇਂਸਟ ਅਸੀਂ ਨਵੀਂ ਭਰਤੀ ਕਰਕੇ ਬੱਚਿਆਂ ਨੂੰ ਮੌਕਾ ਦਈਏ। ਔਰ ਜਿੰਨੀ ਭਰਤੀ ਅਸੀਂ ਕਰਨਾ ਚਾਹ ਰਹੇ ਹਾਂ, ਸਾਡਾ ਟਾਰਗੇਟ ਹੈ ਕਿ 30 ਸੈਪਟੈਂਬਰ ਤੱਕ ਅਸੀਂ ਸਾਰੀਆਂ ਭਰਤੀਆਂ ਜਾਂ ਮੈਕਸਿਮਮ 15 ਅਕਤੂਬਰ ਤੱਕ ਸਾਰੀਆਂ ਭਰਤੀਆਂ ਨੂੰ ਮੁਕੰਮਲ ਕਰ ਦਈਏ। ਸਕੂਲਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਜਿਹੜੇ ਸਕੂਲ ਦੇ ਵਿੱਚੋਂ ਕੇਸ ਪਾਏ ਜਾਣਗੇ 15 ਦਿਨ ਦੇ ਲਈ ਜਿਹੜਾ ਸਕੂਲ ਨੂੰ ਬੰਦ ਕੀਤਾ ਜਾਏਗਾ, ਲੇਕਿਨ ਕੇਸਿਸ ਹਿਮਾਚਲ ਦੇ ਵਿੱਚ ਵਧਣੇ ਸ਼ੁਰੂ, ਪੰਜਾਬ ਦੇ ਵਿੱਚ ਵੀ ਸਕੂਲ 'ਚ ਕੇਸਿਸ ਆਏ, ਉਹਨੂੰ ਲੈ ਕੇ ਕੀ ਪਲਾਨਿੰਗ ਹੈ? ਅੱਜ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਸੀ ਕਿ ਲੁਧਿਆਣੇ ਦੇ 2 ਸਕੂਲਾਂ ਦੇ ਵਿੱਚ ਕੋਵਿਡ ਦੇ ਕੇਸਿਸ ਆਏ हैं,
ਚੀਫ ਸੈਕਟਰੀ ਸਾਹਿਬਾ ਆਲਰੇਡੀ ਵੀਸੀ ਸਾਰੇ ਡਿਪਟੀ ਕਮਿਸ਼ਨਰ ਨਾਲ ਕਰ ਰਹੇ ਹਾਂ। ਅੱਜ ਸ਼ਾਮ ਤੱਕ ਜੋ ਵੀ ਅਪਰੋਪਰੀਏਟ ਫੈਸਲਾ ਹੋਊਗਾ ਅਸੀਂ ਉਸ ਫੈਸਲੇ ਨੂੰ ਲਾਗੂ ਕਰਾਂਗੇ। ਕਿਸੇ ਵੀ ਕੀਮਤ ਦੇ ਉੱਪਰ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਸਾਡੇ ਬੱਚੇ ਸਾਡੇ ਵਾਸਤੇ ਪ੍ਰੈਸ਼ੀਅਸ ਹੈ। ਇਸੇ ਕਰਕੇ ਪੰਜਾਬ ਨੇ ਬਹੁਤ ਲੰਬਾ ਸਮਾਂ ਸਕੂਲ ਬੰਦ ਵੀ ਰੱਖੇ ਔਰ ਕੋਵਿਡ ਦੀ ਗਾਈਡਲਾਈਨਸ ਨੂੰ ਫੋਲੋ ਕਰਨ ਵਾਸਤੇ ਸਭ ਨੂੰ ਸਖਤ ਹਦਾਇਤ ਵੀ ਕੀਤੀ। ਔਰ ਅੱਜ ਵੀ ਜਿਹੜੇ ਬੱਚੇ ਸਕੂਲਾਂ ਵਿੱਚ ਫਿਜ਼ੀਕਲੀ ਆ ਰਹੇ ਹੈ ਉਹ ਸਿਰਫ ਅਸੀਂ ਉਹਨਾਂ ਬੱਚਿਆਂ ਨੂੰ ਅਲਾਉ ਕਰਦੇ ਹਾਂ ਜਿਨ੍ਹਾਂ ਦੇ ਪੇਰੈਂਟਸ ਸਾਨੂੰ ਰਿਟਨ ਅੰਡਰਟੇਕਿੰਗ ਦਿੰਦੇ ਆ ਕਿ ਸਾਡੇ ਬੱਚਿਆਂ ਨੂੰ ਫਿਜ਼ੀਕਲੀ ਸਕੂਲਾਂ ਵਿੱਚ ਕਲਾਸਿਸ ਅਟੈਂਡ ਕਰਨ ਵਾਸਤੇ ਅਲਾਉ ਕਰੋ। ਨਹੀਂ ਤਾਂ ਸਾਡੀਆਂ ਸਾਰੀ ਕਲਾਸਿਸ ਆਨਲਾਈਨ ਚੱਲ ਰਹੀਆਂ ਔਰ ਉਸ ਆਨਲਾਈਨ ਕਲਾਸਿਸ ਦੇ ਵਿੱਚ ਹੀ ਸਾਡਾ ਸਾਰੇ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ।